ਕੱਲ ਆਪਾਂ NCF ਬਾਰੇ ਥੋੜੀ ਇੰਟਰੋ ਲੈ ਲਈ ਸੀ ਤੇ ਹੁੰਦਾ ਕੀ ਹੈ ਇਸ ਬਾਰੇ ਡਿਸਕਸ ਕਰ ਲਿਆ ਸੀ। ਇੱਕ ਵਾਰੀ ਫਿਰ ਤੋਂ ਮੈਂ ਰਿਪੀਟ ਕਰ ਰਿਹਾ। NCF ਦੀ ਫੁੱਲ ਫਾਰਮ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ 2005। ਠੀਕ ਹੈ, ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005। ਕੁਐਸਚਨ ਇਹੀ ਡਾਇਰੈਕਟ ਪੁੱਛਿਆ ਜਾਂਦਾ ਹੈ ਕਿ NCF ਦੀ ਫੁੱਲ ਫਾਰਮ ਹੀ ਦੱਸ ਦਿਓ ਸਾਨੂੰ। ਸੋ ਤੁਸੀਂ ਫੁੱਲ ਫਾਰਮ ਇਹਦੀ ਯਾਦ ਰੱਖਣੀ ਹੈ, ਨੈਸ਼ਨਲ ਕਰਿਕੂਲਮ ਫਰੇਮਵਰਕ ਹੈ। ਠੀਕ ਹੈ, ਪੰਜਾਬੀ ਵਿੱਚ ਇਹਨੂੰ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਕਿਹਾ ਜਾਂਦਾ ਹੈ। ਹੁਣ ਇਹ ਆਪਾਂ ਜਾਣ ਲਈਏ ਕਿ NCF 2005 ਹੈ ਕੀ। ਰਾਸ਼ਟਰੀ ਪਾਠਕ੍ਰਮ ਜੋ ਫਰੇਮਵਰਕ 2005 ਹੈ ਉਹ ਭਾਰਤ ਵਿੱਚ ਜੋ NCERT ਹੈ ਉਹਦੇ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਚੌਥਾ NCERT ਦੁਆਰਾ ਪਾਠਕ੍ਰਮ ਜੋ ਹੈ ਉਹ ਫਰੇਮਵਰਕ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ 3 ਫਰੇਮਵਰਕ ਹੋਰ ਬਣ ਚੁੱਕੇ ਸੀ, ਜਿਨ੍ਹਾਂ ਵਿੱਚੋਂ ਫਸਟ ਹੈ 1975 ਦੇ ਵਿੱਚ, ਫਿਰ 1988 ਦੇ ਵਿੱਚ, ਫਿਰ 2000 ਪੂਰੇ ਦੇ ਵਿੱਚ ਬਣਿਆ। ਜੋ ਫੋਰਥ ਹੈ ਉਹ 2005 ਦੇ ਵਿੱਚ ਬਣਿਆ। NCERT ਦੀ ਫੁੱਲ ਫਾਰਮ ਕੀ ਹੈ ਉਹ ਵੀ ਦੱਸ ਦਿੰਨਾ, ਨੈਸ਼ਨਲ ਕੌਂਸਲ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, NCERT ਮਤਲਬ। ਠੀਕ ਹੈ, ਹੁਣ NCF ਜੋ ਹੈ 2005 ਉਹ ਕੀ ਕਹਿੰਦਾ ਆਪਾਂ ਨੂੰ, ਉਹ ਕਹਿੰਦਾ ਹੈ ਕਿ ਜੋ ਸਕੂਲਾਂ ਦਾ ਪਾਠਕ੍ਰਮ ਹੋਏ, ਮਤਲਬ ਜੋ ਸਕੂਲ ਦੇ ਵਿੱਚ ਕਿਸੇ ਵੀ ਕਲਾਸ ਨੂੰ ਲੈ ਕੇ ਉਹਦਾ ਪਾਠਕ੍ਰਮ ਬਣਾ ਰਹੇ ਹਾਂ ਕਿ ਉਹਨਾਂ ਦੇ ਸਿਲੇਬਸ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ, ਕਿਹੜੀਆਂ ਕਿਹੜੀਆਂ ਪਾਠ ਪੁਸਤਕਾਂ, ਕਿਹੜੀਆਂ ਕਿਹੜੀਆਂ ਬੁੱਕਸ ਉਹਨਾਂ ਨੂੰ ਲੱਗਣੀਆਂ ਚਾਹੀਦੀਆਂ, ਉਹਨਾਂ ਦੇ ਬਾਰੇ ਆਪਾਂ ਨੂੰ ਗਾਈਡ ਕਰਦਾ ਹੈ। ਠੀਕ ਹੈ, ਨਾਲ ਹੀ ਆਪਾਂ ਨੂੰ ਇਹ ਵੀ ਦੱਸਦਾ ਹੈ ਕਿ ਜੋ ਵੀ ਟੀਚਰ ਬਣਨ ਜਾ ਰਹੇ ਆ ਉਹਨਾਂ ਦੀ ਟੀਚਿੰਗ ਪ੍ਰੈਕਟਿਸ ਵੀ ਲਗਾਈ ਜਾਵੇ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਅਧਿਆਪਨ ਅਭਿਆਸ। ਜਿਨ੍ਹਾਂ ਨੇ ETT ਔਰ B.Ed ਕੀਤੀ ਆ ਉਹਨਾਂ ਨੂੰ ਪਤਾ ਹੈ ਕਿ TP ਕੀ ਹੁੰਦੀ ਹੈ, ਕਿਉਂਕਿ ਉਹ ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਲਗਭਗ 2 ਵਾਰੀ ਤਾਂ TP ਲਗਾਉਂਦੇ ਹੀ ਆ। ਪਹਿਲੀ ਵਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ, ਫਿਰ ਅੱਪਰ ਪ੍ਰਾਇਮਰੀ ਵਿੱਚ। ਇਹ ETT ਦੀ ਗੱਲ ਕਰ ਰਿਹਾ। B.Ed ਲਈ ਕੀ ਹੁੰਦਾ ਉਹ ਰੂਲ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ETT ਕੀਤੀ ਹੋਈ ਹੈ। ਸੋ ਅੱਗੇ ਦੇਖਦੇ ਹਾਂ ਕਿ ਕੰਪੋਨੈਂਟ ਕੀ ਹੈ NCF ਦੇ, ਮਤਲਬ ਘਟਕ ਕੀ ਨੇ NCF ਜੋ ਫਰੇਮਵਰਕ ਹੈ ਉਹਦੇ। ਉਹ ਕੀ ਕਹਿੰਦਾ ਆਪਾਂ ਨੂੰ, ਕਿਸ ਤਰ੍ਹਾਂ ਦੀ ਗਾਈਡੈਂਸ ਦਿੰਦਾ ਹੈ ਕਿ ਸਕੂਲ ਦੇ ਵਿੱਚ ਕਿਵੇਂ ਦਾ ਜੋ ਬੱਚੇ ਨੂੰ ਟੀਚ ਕਰਨਾ ਹੈ, ਕਿਸ ਤਰ੍ਹਾਂ ਟੀਚ ਕਰਨਾ ਹੈ, ਉਸ ਦੇ ਬਾਰੇ ਗੱਲ ਕਰਦਾ ਹੈ। ਸੋ ਪਹਿਲੀ ਜੋ ਕੰਪੋਨੈਂਟ ਹੈ ਉਹ ਕਹਿੰਦਾ ਹੈ ਕਿ ਰਟਨ ਵਾਲੇ ਮੈਥਡ ਦੇ ਵਿੱਚ ਤਬਦੀਲੀ ਲਿਆਂਦੀ ਜਾਏ। ਇਹਦੇ ਵਿੱਚ ਕੀ ਹੈ ਕਿ ਬੱਚੇ ਨੂੰ ਰਟਾਇਆ ਨਾ ਜਾਏ, ਕੋਈ ਵੀ ਚੀਜ਼ ਉਹਨੂੰ ਜੋ ਵੀ ਸਮਝਾਇਆ ਜਾਏ ਉਹਦੀ ਬਾਹਰਲੀ ਜ਼ਿੰਦਗੀ ਨਾਲ ਕੋਰਿਲੇਟ ਕਰੇ। ਮਤਲਬ ਜੋ ਵੀ ਉਹਨੂੰ ਗਿਆਨ ਦਿੱਤਾ ਜਾਏ, ਜੋ ਵੀ ਐਜੂਕੇਸ਼ਨ ਦਿੱਤੀ ਜਾਏ, ਉਹ ਉਹਦੀ ਬਾਹਰਲੀ ਜ਼ਿੰਦਗੀ ਜੋ ਸਮਾਜ ਵਿੱਚ ਜੀ ਰਿਹਾ ਉਹਦੇ ਨਾਲ ਰਿਲੇਟ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਜਿਵੇਂ ਆਪਾਂ ਜੋੜ ਘਟਾਓ ਕਰਾਉਂਦੇ ਹਾਂ, ਠੀਕ ਹੈ, ਐਡ ਔਰ ਸਬਟਰੈਕਟ ਕਰਾਉਂਦੇ ਹਾਂ। ਜਿਵੇਂ ਕੋਈ ਵੀ ਬੱਚਾ ਮਾਰਕੀਟ ਦੇ ਵਿੱਚ ਜਾਂਦਾ ਕੁਝ ਪੈਸੇ ਲੈ ਕੇ, ਉਹਨੇ ਕੋਈ ਸਮਾਨ ਖਰੀਦਣਾ ਹੁੰਦਾ ਹੈ, ਤਾਂ ਉਹ ਕੀ ਕਰਦਾ ਹੈ ਕਿ ਕੁਝ ਸਮਾਨ ਲੈ ਲੈਂਦਾ। ਜੇਕਰ ਉਹਦੇ ਕੋਲ 10 ਰੁਪਏ ਆ ਤਾਂ ਉਹ ਮੰਨ ਕੇ ਚਲੋ 5 ਰੁਪਏ ਦੀ ਚੀਜ਼ ਲੈ ਰਿਹਾ ਹੈ, ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ 5 ਰੁਪਏ ਵਾਪਸ ਮਿਲਣਗੇ। ਠੀਕ ਹੈ, ਇਹ ਐਡ ਔਰ ਸਬਟਰੈਕਟ ਜੋ ਹੈ ਉਹ ਉਹਦੀ ਬਾਹਰੀ ਜ਼ਿੰਦਗੀ ਨਾਲ ਵੀ ਕੋਰਿਲੇਟ ਕਰ ਰਿਹਾ ਹੈ। ਐਵੇਂ ਹੀ ਲਾਭ ਹਾਨੀ ਜੋ ਹੈ, ਅਗਰ ਆਪਾਂ ਕਰਦੇ ਹਾਂ ਲੋਸ ਔਰ ਪ੍ਰੋਫਿਟ ਦੀ ਗੱਲ ਕਰਦੇ ਹਾਂ, ਤਾਂ ਉਹ ਵੀ ਉਹਦੀ ਬਾਹਰਲੀ ਜ਼ਿੰਦਗੀ ਨਾਲ ਹੀ ਰਿਲੇਟ ਕਰਦਾ ਹੈ। ਕੋਈ ਵੀ ਬਿਜ਼ਨਸਮੈਨ ਹੈ, ਅਗਰ ਬਿਜ਼ਨਸ ਕਰ ਰਿਹਾ ਹੈ, ਉਹਨੂੰ ਅਗਰ ਲਾਭ ਹੋ ਰਿਹਾ ਹੈ ਤਾਂ ਉਹ ਪ੍ਰੋਫਿਟ ਹੋ ਰਿਹਾ, ਤਾਂ ਉਹਨੂੰ ਪਤਾ ਹੋਏਗਾ ਕਿ ਕਿਸ ਤਰ੍ਹਾਂ ਪ੍ਰੋਫਿਟ ਕਮਾਉਣਾ ਹੈ। ਠੀਕ ਹੈ, ਇਸ ਦਾ ਮਤਲਬ ਇਹ ਕਿ ਉਹ ਬਾਹਰੀ ਜ਼ਿੰਦਗੀ ਨਾਲ ਉਸਦਾ ਗਿਆਨ ਜੋ ਹੈ, ਜੋ ਉਸਨੇ ਸਕੂਲ ਦੇ ਵਿੱਚ ਐਜੂਕੇਸ਼ਨ ਸਿੱਖੀ ਹੈ, ਉਹਦੀ ਬਾਹਰਲੀ ਜ਼ਿੰਦਗੀ ਨਾਲ ਕੋਰਿਲੇਟ ਕਰ ਰਹੀ ਹੈ। ਉਸ ਤੋਂ ਅੱਗੇ ਕੀ ਕਹਿੰਦਾ ਹੈ ਕਿ ਜੋ ਵੀ ਬੱਚੇ ਦੇ ਐਗਜ਼ਾਮ ਲਏ ਜਾਣ, ਉਹਨਾਂ ਦੇ ਵਿੱਚ ਜੋ ਹੈ ਲੋਚਸ਼ੀਲਤਾ ਲਿਆਂਦੀ ਜਾਏ, ਮਤਲਬ ਫਲੈਕਸੀਬਿਲਿਟੀ ਲਿਆਂਦੀ ਜਾਏ। ਇਹ ਨਹੀਂ ਕਿ ਸਿਰਫ ਐਸੇ ਟਾਈਪ ਕੁਐਸਚਨ ਦਿੱਤੇ ਜਾਣ, ਜਾਂ ਉਸ ਦੇ ਨਾਲ ਹੀ ਕੀ ਹੈ ਸ਼ੋਰਟ ਉੱਤਰਾਂ ਵਾਲੇ ਕੁਐਸਚਨ ਦਿੱਤੇ ਜਾਣ, ਜਿਵੇਂ 50 ਵਰਡਸ ਦੇ ਵਿੱਚ ਲਿਖਣਾ, ਫਿਰ 100 ਵਰਡ ਦੇ ਵਿੱਚ ਲਿਖਣਾ। ਉਸ ਦੇ ਨਾਲ ਕੀ ਕੀਤਾ ਜਾਏ ਕਿ ਓਬਜੈਕਟਿਵ ਟਾਈਪ ਕੁਐਸਚਨ ਵੀ ਪਾ ਦਿੱਤੇ ਜਾਣ। ਠੀਕ ਹੈ, ਇਹਨੂੰ ਹੀ ਕਹਿੰਦੇ ਆ ਐਗਜ਼ਾਮ ਦੇ ਵਿੱਚ ਫਲੈਕਸੀਬਿਲਿਟੀ ਲਿਆਉਣਾ, ਮਤਲਬ ਐਗਜ਼ਾਮ ਦੇ ਵਿੱਚ ਭਿੰਨਤਾ ਨੂੰ ਲਿਆਉਣਾ। ਸਿਰਫ ਇੱਕ ਹੀ ਚੀਜ਼ ਨਾ ਹੋਏ ਐਗਜ਼ਾਮ ਦੇ ਵਿੱਚ ਫਲੈਕਸੀਬਿਲਿਟੀ ਹੋਏ। ਨਾਲ ਹੀ ਕੀ ਕਹਿੰਦਾ ਹੈ ਕਿ ਪਾਠਕ੍ਰਮ ਨੂੰ ਅਮੀਰ ਬਣਾਇਆ ਜਾਵੇ। ਅਮੀਰ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੁਣ ਪਾਠਕ੍ਰਮ ਨੂੰ, ਇਹ ਗੱਲ ਸੋਚਣ ਵਾਲੀ ਹੈ। ਅਗਰ ਤੁਸੀਂ ਡੀਪਲੀ ਇਹਨੂੰ ਨਹੀਂ ਪੜੋਗੇ ਤਾਂ ਕੁਐਸਚਨ ਜੋ ਹੈ ਸੋਲਵ ਨਹੀਂ ਕਰ ਪਾਓਗੇ। ਕੁਐਸਚਨ ਜੋ ਹੈ NCF ਨਾਲ ਰਿਲੇਟਡ ਬਹੁਤ ਘੁਮਾ ਕੇ ਪੁੱਛੇ ਜਾਂਦੇ ਆ, ਇਸ ਲਈ ਮੈਂ ਡੀਪਲੀ ਸਮਝਾ ਰਿਹਾ ਤੁਹਾਨੂੰ। ਹੁਣ ਪਾਠਕ੍ਰਮ ਨੂੰ ਅਮੀਰ ਕਿਵੇਂ ਬਣਾਇਆ ਜਾ ਸਕਦਾ ਹੈ, ਜੋ ਵੀ ਸਮਾਜ ਦੇ ਵਿੱਚ ਗਤੀਵਿਧੀਆਂ ਹੋਈਆਂ, ਜਾਂ ਆਪਣੇ ਸਮਾਜ ਦਾ ਕਲਚਰ ਹੈ, ਜੋ ਵੀ ਇਤਿਹਾਸ ਰਿਹਾ ਆਪਣੇ ਸਮਾਜ ਦਾ। ਅਗਰ ਆਪਣੇ ਪੰਜਾਬ ਦੇ ਵਿੱਚ ਹੀ ਭਗਤ ਸਿੰਘ, ਰਾਜਗੁਰੂ ਸੁਖਦੇਵ
ਗੁਰੂਆਂ ਬਾਰੇ ਨਹੀਂ ਪੜ੍ਹਾਇਆ ਜਾਏਗਾ ਤਾਂ ਕਿੱਥੇ ਪੜ੍ਹਾਇਆ ਜਾਏਗਾ। ਇਹਨੂੰ ਹੀ ਕਹਿੰਦੇ ਆ ਅਮੀਰ ਬਣਾਉਣਾ ਪਾਠਕ੍ਰਮ ਨੂੰ। ਠੀਕ ਹੈ। ਅਗਰ ਦੇਖਦੇ ਹਾਂ ਕਿ ਹਾਲਾਂਕਿ ਇੰਨਾ ਨਹੀਂ ਪੜ੍ਹਾਇਆ ਜਾਂਦਾ, ਆਪਣੇ ਵੀ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਾ ਦਿੱਤਾ ਜਾਂਦਾ ਹੈ ਕਿ ਭਗਤ ਸਿੰਘ ਇਹ ਸੀ, ਉਹ ਵੱਡੇ ਹੋ ਕੇ ਯਾਦ ਹੀ ਨਹੀਂ ਰਹਿੰਦਾ। ਇਸ ਲਈ ਚਾਹੀਦਾ ਹੈ ਕਿ ਥੋੜਾ ਜਿਹਾ ਵੀ ਜੋ ਵੀ ਪਾਠਕ੍ਰਮ ਨੂੰ ਬਣਾ ਰਿਹਾ ਉਹ ਵੱਡੀਆਂ ਕਲਾਸਾਂ ਦੇ ਵਿੱਚ ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਨੂੰ ਜੋੜਿਆ ਜਾਵੇ, ਤਾਂ ਜੋ ਆਪਾਂ ਉਹਨਾਂ ਤੋਂ ਸਿੱਖਿਆ ਲੈ ਸਕੀਏ। ਇਸ ਦੇ ਨਾਲ ਹੀ ਕੀ ਕਹਿੰਦਾ ਹੈ ਕਿ ਦੇਸ਼ ਦੀ ਲੋਕਤੰਤਰੀ ਰਾਜਨੀਤੀ ਦੇ ਅੰਦਰ ਜੋ ਵੀ ਚਿੰਤਾਵਾਂ ਨੇ, ਹੁਣ ਲੋਕਤੰਤਰੀ ਰਾਜਨੀਤੀ ਵਿੱਚ ਚਿੰਤਾਵਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ। ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ, ਭ੍ਰਸ਼ਟਾਚਾਰ ਹੈ, ਠੀਕ ਹੈ, ਭਾਈ ਭਤੀਜਾਵਾਦ ਹੈ, ਇਹੀ ਹੈ ਰਾਜਨੀਤੀ ਜੋ ਹੈ ਆਪਣੇ ਸਮਾਜ ਦੀ ਡਿੱਗਦੀ ਜਾ ਰਹੀ ਹੈ। ਠੀਕ ਹੈ, ਰਾਜਨੀਤੀ ਵਿੱਚ ਸੁਧਾਰ ਹੋਣ ਦਾ ਕੋਈ ਨਾਮ ਨਿਸ਼ਾਨ ਹੀ ਨਹੀਂ ਹੈਗਾ। ਸੋ ਇਹੀ ਗੱਲਾਂ ਕਰਦੇ ਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਕਿ ਉਹ ਅੱਗੇ ਵੱਧ ਚੜ ਕੇ ਰਾਜਨੀਤੀ ਵਿੱਚ ਹਿੱਸਾ ਲੈਣ। ਜੋ ਪਿੰਡਾਂ ਦੇ ਵਿੱਚ ਪੰਚਾਇਤ ਬਣਦੀ ਹੈ, ਇਸ ਤੋਂ ਹੀ ਬੇਸ ਬਣਦਾ ਆਪਣਾ। ਠੀਕ ਹੈ, ਅਗਰ ਪਿੰਡਾਂ ਦੇ ਵਿੱਚ ਵਧੀਆ ਜੇ ਸਰਪੰਚ ਪੰਚ ਚੁਣੇ ਜਾਣਗੇ ਤਾਂ ਹੀ ਅੱਗੇ ਜਾ ਕੇ ਐਮਐਲਏ ਬਣਦੇ ਆ, ਫਿਰ ਐਮਪੀ ਬਣਦੇ ਆ। ਸੋ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਕਿੰਨਾ ਕੁ ਰਾਜਨੀਤੀ ਨੂੰ ਸਥਿਰ ਲੈ ਕੇ ਚੱਲਦੇ ਹਾਂ, ਕਿੰਨਾ ਕੁ ਰਾਜਨੀਤੀ ਦੇ ਪ੍ਰਤੀ ਆਪਣੀ ਕੀ ਸੋਚ ਹੈ ਉਹ ਰੱਖਦੇ ਹਾਂ। ਸੋ ਐਨਸੀਐਫ ਫੋਕਸ ਕਿਹਦੇ ਉੱਪਰ ਕਰਦਾ ਹੈ, ਹੁਣ ਇਹ ਗੱਲਾਂ ਆ ਰਹੀਆਂ, ਇਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਐਨਸੀਐਫ ਕੀ ਕਹਿੰਦਾ ਹੈ ਕਿ ਬੱਚੇ ਨੂੰ ਜੋ ਵੀ ਸਿੱਖਿਆ ਦਿੱਤੀ ਜਾਵੇ ਉਹ ਬਿਨਾਂ ਕਿਸੇ ਬੋਝ ਦੇ ਦਿੱਤੀ ਜਾਵੇ, ਮਤਲਬ ਉਹਦੇ ਉੱਪਰ ਬੋਝ ਨਹੀਂ ਪਾਉਣਾ ਚਾਹੀਦਾ। ਅਗਰ ਕੋਈ ਹੋਮਵਰਕ ਬੱਚਾ ਨਹੀਂ ਕਰਕੇ ਆ ਰਿਹਾ ਤਾਂ ਉਹਦਾ ਰੀਜ਼ਨ ਜਾਣਨਾ ਚਾਹੀਦਾ ਆਪਾਂ ਨੂੰ ਕਿ ਬੱਚਾ ਹੋਮਵਰਕ ਕਿਉਂ ਨਹੀਂ ਕਰਕੇ ਆਇਆ। ਮਤਲਬ ਉਹਨੂੰ ਪੜ੍ਹਾਈ ਬੋਝ ਨਹੀਂ ਲੱਗਣੀ ਚਾਹੀਦੀ, ਪੜ੍ਹਾਈ ਉਹਨੂੰ ਜੋ ਹੈ ਇੱਕ ਪਲੇਵੇ ਮੈਥਡ ਦੇ ਨਾਲ ਸਿਖਾਈ ਜਾਵੇ। ਉਹ ਪੜ੍ਹਾਈ ਨੂੰ ਇਸ ਤਰ੍ਹਾਂ ਲਏ ਜਿਵੇਂ ਉਹ ਬੱਚਾ ਖਾਣ ਪੀਣ ਨੂੰ ਲੈਂਦਾ ਹੈ ਜਾਂ ਹੋਰ ਵੀ ਮਨੋਰੰਜਨ ਗਤੀਵਿਧੀਆਂ ਨੂੰ ਲੈਂਦਾ। ਠੀਕ ਹੈ, ਇਸ ਲਈ ਕੀ ਕਰਨਾ ਚਾਹੀਦਾ ਹੈ ਕਿ ਆਪਣੇ ਜੋ ਕਰਿਕੂਲਮ ਹੈ ਉਹਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਹੀ ਇਸ ਤਰ੍ਹਾਂ ਹੀ ਡਿਜ਼ਾਈਨ ਕੀਤਾ ਜਾਵੇ ਕਿ ਬੱਚਾ ਜੋ ਹੈ ਕਰਿਕੂਲਮ ਦੇ ਵਿੱਚ ਪਾਰਟਿਸਿਪੇਟ ਕਰੇ ਆਪਣੀ ਇੱਛਾ ਦੇ ਨਾਲ। ਦੂਸਰਾ ਕੀ ਕਹਿੰਦਾ ਹੈ ਕਿ ਵਿਅਕਤੀ ਦੇ ਸਵੈ ਨਿਰਭਰਤਾ ਮਤਲਬ ਸੈਲਫ ਡਿਪੈਂਡੈਂਟ ਹੋਏ ਜੋ ਬੱਚਾ, ਅਤੇ ਮਾਣ ਦੀ ਭਾਵਨਾ ਦਾ ਵਿਕਾਸ ਕਰਨਾ ਹੈ ਜੋ ਸਮਾਜਿਕ ਸੰਬੰਧਾਂ ਦੇ ਆਧਾਰ ਤੇ ਸਮਾਜ ਵਿੱਚ ਅਹਿੰਸਾ ਅਤੇ ਏਕਤਾ ਦੀ ਭਾਵਨਾ ਪੈਦਾ ਕਰੇ। ਮਤਲਬ ਸ਼ੁਰੂ ਤੋਂ ਹੀ ਬੱਚੇ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਜਾਵੇ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਲੈ ਕੇ ਚੱਲੇ। ਇਸ ਦੇ ਨਾਲ ਹੀ ਜੋ ਉਸਦੇ ਸਮਾਜਿਕ ਸੰਬੰਧ ਆ, ਜੋ ਪਰਿਵਾਰ ਦੇ ਵਿੱਚ ਸੰਬੰਧ ਆ, ਜੋ ਸਮਾਜ ਦੇ ਨਾਲ ਲੈ ਕੇ ਸੰਬੰਧ ਆ, ਜੋ ਪੀਅਰ ਗਰੁੱਪ ਹੈਗੇ ਆ ਜਾਂ ਟੀਚਰ ਸਟੂਡੈਂਟ ਰਿਲੇਸ਼ਨ ਹੈ, ਉਹਨਾਂ ਸਭ ਦੇ ਵਿੱਚ ਜੋ ਵੀ ਹੈ ਉਹਨਾਂ ਵਿੱਚ ਏਕਤਾ ਦੀ ਭਾਵਨਾ ਹੋਣੀ ਚਾਹੀਦੀ ਹੈ। ਕੋਈ ਵੀ ਕੰਮ ਕਰ ਰਿਹਾ ਹੈ ਏਕਤਾ ਦੇ ਨਾਲ ਕਰਨਾ ਚਾਹੀਦਾ। ਤੀਸਰੀ ਗੱਲ ਜੋ ਮਨੋਵਿਗਿਆਨਿਕ ਵੀ ਕਹਿੰਦੇ ਆ ਕਿ ਬੱਚੇ ਨੂੰ ਜੋ ਵੀ ਸਿੱਖਿਆ ਦਿੱਤੀ ਜਾਵੇ ਉਹ ਚਾਈਲਡ ਸੈਂਟਰਡ ਹੋਣੀ ਚਾਹੀਦੀ ਹੈ। ਚਾਈਲਡ ਸੈਂਟਰਡ ਦਾ ਮਤਲਬ ਬੱਚੇ ਦੀ ਮੈਂਟਲ ਐਬਿਲਿਟੀ ਨੂੰ ਦੇਖਿਆ ਜਾਵੇ, ਉਸ ਦੀ ਲਰਨਿੰਗ ਪਾਵਰ ਨੂੰ ਦੇਖਿਆ ਜਾਵੇ, ਉਸ ਦਾ ਬੈਕਗਰਾਉਂਡ ਦੇਖਿਆ ਜਾਵੇ, ਉਹ ਕਿਸ ਮੈਥਡ ਨਾਲ, ਕਿਸ ਟੀਚਿੰਗ ਸਕਿੱਲਸ ਦੇ ਨਾਲ ਸਿੱਖਦਾ ਹੈ, ਉਸ ਦੇਖ ਕੇ ਹੀ ਬੱਚੇ ਨੂੰ ਪੜ੍ਹਾਇਆ ਜਾਵੇ, ਨਾ ਕਿ ਟੀਚਰ ਸੈਂਟਰਡ ਜੋ ਹੈ ਲਰਨਿੰਗ ਹੋਏ। ਇਸ ਦੇ ਨਾਲ ਹੀ ਕੀ ਕਿਹਾ ਹੈ ਕਿ ਜੋ ਵੀ 14 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਸਕੂਲ ਦੇ ਵਿੱਚ ਲਿਆਂਦਾ ਜਾਵੇ, ਉਹਨਾਂ ਨੂੰ ਸਕੂਲ ਦੇ ਵਿੱਚ ਸਿੱਖਿਆ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ। ਠੀਕ ਹੈ, ਫਿਰ ਕੀ ਕਹਿੰਦਾ ਕਿ ਵਿਦਿਆਰਥੀਆਂ ਵਿੱਚ ਏਕਤਾ ਹੋਏ ਡੈਮੋਕ੍ਰੇਸੀ ਨੂੰ ਲੈ ਕੇ, ਤੇ ਪਾਠਕ੍ਰਮ ਜੋ ਹੈ ਉਹ ਸਾਡੀ ਕੌਮੀ ਪਛਾਣ ਨੂੰ ਮਜ਼ਬੂਤ ਕਰਨ ਵਾਲਾ ਹੋਣਾ ਚਾਹੀਦਾ ਹੈ। ਨਾਲ ਹੀ ਨਵੀਂ ਪੀੜ੍ਹੀ ਦਾ ਮੁੜ ਮੁਲਾਂਕਣ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਹੁਣ ਇਹਦੇ ਵਿੱਚ ਕੀ ਕੀਤਾ ਗਿਆ ਹੈ ਕਿ ਜੋ ਪਾਠਕ੍ਰਮ ਬਣਾਇਆ ਜਾ ਰਿਹਾ ਉਹ ਲੋਕਤੰਤਰ ਨੂੰ ਮੁੱਖ ਮੁੱਦਾ ਰੱਖ ਕੇ ਬਣਾਇਆ ਜਾ ਰਿਹਾ। ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਐਨਸੀਐਫ ਦੀ ਜੋ ਗਾਈਡਲਾਈਨ ਹੈ ਉਹਦੇ ਵਿੱਚ ਇਹੋ ਜਿਹੀ ਕਿਸ ਚੀਜ਼ ਨੂੰ ਮੁੱਖ ਰੱਖ ਕੇ ਜੋ ਹੈ ਕਰਿਕੂਲਮ ਤਿਆਰ ਕੀਤਾ ਜਾ ਰਿਹਾ, ਤਾਂ ਆਪਣੇ ਲੋਕਤੰਤਰ ਸਮਾਜ ਵਿੱਚ ਏਕਤਾ ਨੂੰ ਵਧਾਉਣ ਲਈ ਬੱਚੇ ਦੀ ਲਰਨਿੰਗ ਜੋ ਹੈ ਚਾਈਲਡ ਸੈਂਟਰ ਹੋਏ, ਇਸ ਦੇ ਉੱਪਰ ਤੁਸੀਂ ਟਿਕ ਕਰ ਸਕਦੇ ਹੋ। ਫਿਰ ਕੀ ਕਹਿੰਦਾ ਹੈ ਕਿ ਸਮਾਜਿਕ ਪ੍ਰਸੰਗਾਂ ਦੇ ਸੰਬੰਧ ਵਿੱਚ ਐਨਸੀਐਫ ਕਹਿੰਦਾ ਹੈ ਕਿ ਜਾਤੀ, ਧਰਮ, ਲਿੰਗ ਦੇ ਬਾਵਜੂਦ ਜੋ ਹੈ ਪਾਠਕ੍ਰਮ ਜੋ ਹੋਏ ਉਹ ਸਟੈਂਡਰਡ ਹੋਣਾ ਚਾਹੀਦਾ। ਠੀਕ ਹੈ, ਹੁਣ ਇਹਦੇ ਵਿੱਚ ਲੈਂਗੁਏਜ ਬਾਰੇ ਗੱਲ ਕਰਦਾ ਹੈ ਕਿ ਲੈਂਗੁਏਜ ਇਹਦੇ ਉੱਪਰ ਬਹੁਤ ਸਾਰੇ ਕੁਐਸਚਨ ਆਏ ਕਿ ਬੱਚੇ ਨੂੰ ਕਿਸ ਲੈਂਗੁਏਜ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਬੱਚੇ ਨੂੰ ਇਹ ਐਨਸੀਐਫ ਦੀ ਗਾਈਡਲਾਈਨ ਹੈ ਕਿ ਬੱਚੇ ਨੂੰ ਮਾਤ ਭਾਸ਼ਾ ਦੇ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਜੋ ਟੀਚਰ ਔਰ ਸਟੂਡੈਂਟ ਦੇ ਵਿੱਚ ਕਮਿਊਨੀਕੇਸ਼ਨ ਹੋਏ ਉਹ ਉਸ ਦੀ ਮਾਤ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਹੈ। ਨਾਲ ਹੀ ਇਹ ਕਹਿੰਦਾ ਕਿ 3 ਭਾਸ਼ਾਵਾਂ ਦੇ ਫਾਰਮੂਲੇ ਪ੍ਰਣਾਲੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ।
ਇਹਦੇ ਉੱਪਰ ਕੁਐਸਚਨ ਆ ਚੁੱਕਿਆ ਹੈ ਕਿ 3 ਭਾਸ਼ਾਵਾਂ ਦਾ ਫਾਰਮੂਲਾ ਕਿਹੜਾ ਐਕਟ ਦਿੰਦਾ ਹੈ ਜਾਂ ਕਿਹੜੀ ਗਾਈਡਲਾਈਨ ਤੋਂ ਆਪਾਂ ਨੂੰ ਮਿਲਦਾ ਹੈ। ਉਹ NCF 2005 ਤੋਂ ਮਿਲਦਾ ਹੈ। ਠੀਕ ਹੈ, ਹੁਣ ਇਹ 3 ਲੈਂਗੁਏਜ ਕਿਹੜੀਆਂ ਕਿਹੜੀਆਂ ਉਸ ਬਾਰੇ ਆਪਾਂ ਅੱਗੇ ਡਿਸਕਸ ਕਰਦੇ ਹਾਂ। ਫਸਟ ਲੈਂਗੁਏਜ ਜੋ ਹੈ ਉਹ ਹੈ ਆਪਣੀ ਮਾਂ ਬੋਲੀ। ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਆਪਣੀ ਮਾਂ ਬੋਲੀ ਜੋ ਹੈ ਪੰਜਾਬੀ ਹੈ। ਉਵੇਂ ਹੀ ਹਰਿਆਣੇ ਵਾਲੇ ਜੋ ਹੈ ਉਹਨਾਂ ਦੀ ਮਾਂ ਬੋਲੀ ਹਿੰਦੀ ਹੈ। ਐਵੇਂ ਹੀ ਮੱਧ ਪ੍ਰਦੇਸ਼ ਵਿੱਚ ਹਿੰਦੀ ਹੈ, ਰਾਜਸਥਾਨ ਵਿੱਚ ਵੀ ਹਿੰਦੀ ਹੈ। ਠੀਕ ਹੈ, ਫਿਰ ਕੀ ਕਹਿੰਦੇ ਆ ਕਿ ਦੂਜੀ ਭਾਸ਼ਾ ਜੋ ਹੈ ਉਹ ਹਿੰਦੀ ਹੋਣੀ ਚਾਹੀਦੀ ਹੈ, ਮਤਲਬ ਜੋ ਆਪਣੀ ਰਾਸ਼ਟਰ ਭਾਸ਼ਾ ਹੈ। ਠੀਕ ਹੈ, ਦੂਜੀ ਭਾਸ਼ਾ ਜੋ ਆਪਣੇ ਪੰਜਾਬ ਦੇ ਵਿੱਚ ਤਾਂ ਹਿੰਦੀ ਹੈ। ਅਗਰ ਦੂਜੇ ਸਟੇਟਸ ਦੀ ਗੱਲ ਕਰੀਏ, ਕਿਉਂਕਿ NCF ਸਿਰਫ ਪੰਜਾਬ ਦੀ ਨੂੰ ਹੀ ਗਾਈਡਲਾਈਨ ਨਹੀਂ ਦੇ ਰਿਹਾ, ਬਾਕੀ ਸਟੇਟ ਨੂੰ ਵੀ ਗਾਈਡਲਾਈਨ ਦੇ ਰਿਹਾ। ਠੀਕ ਹੈ, ਜਿਹੜੇ ਹਿੰਦੀ ਭਾਸ਼ੀ ਰਾਜ ਨੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਦੂਜੀ ਭਾਸ਼ਾ ਅੰਗਰੇਜ਼ੀ ਲੈ ਸਕਦੇ ਹੋ ਜਾਂ ਕੋਈ ਹੋਰ ਭਾਰਤੀ ਭਾਸ਼ਾ ਜੋ 8ਵੀਂ ਅਨੁਸੂਚੀ ਦੇ ਵਿੱਚ 22 ਭਾਸ਼ਾਵਾਂ ਦਿੱਤੀਆਂ, ਤੁਸੀਂ ਉਹਨਾਂ ਵਿੱਚੋਂ ਕੋਈ ਇੱਕ ਭਾਸ਼ਾ ਨੂੰ ਲਾਗੂ ਕਰ ਸਕਦੇ ਹੋ ਦੂਜੀ ਭਾਸ਼ਾ ਦੇ ਰੂਪ ਵਿੱਚ। ਠੀਕ ਹੈ, ਤੀਜੀ ਭਾਸ਼ਾ ਕੀ ਹੋਣੀ ਚਾਹੀਦੀ ਹੈ ਕਿ ਤੀਜੀ ਭਾਸ਼ਾ ਆਪਣੇ ਪੰਜਾਬ ਦੇ ਵਿੱਚ ਅੰਗਰੇਜ਼ੀ ਹੈ, ਜਿਹਨੂੰ ਇੰਗਲਿਸ਼ ਕਹਿੰਦੇ ਆ। ਸੋ ਇੰਗਲਿਸ਼ ਤੋਂ ਤਾਂ ਬਹੁਤ ਸਾਰੇ ਲੋਕ ਹਊਆ ਵੀ ਖਾਂਦੇ ਆ, ਕਈ ਤਾਂ ਦੂਰ ਦੂਰ ਭੱਜਦੇ ਆ। ਸੋ ਉਹ ਗੱਲਾਂ ਆਪਣੇ ਕਰਨ ਦੇ ਲਾਇਕ ਨਹੀਂ ਗੀਆਂ। ਜੋ ਆਪਣਾ ਮੇਨ ਮਕਸਦ ਹੈ NCF ਦੇ ਬਾਰੇ ਪੜ੍ਹਨਾ ਹੈ। ਹੁਣ ਸਬਜੈਕਟਸ ਦੇ ਉੱਪਰ ਵੀ ਚਰਚਾ ਆਉਂਦੀ ਹੈ ਕਿ ਸਬਜੈਕਟ ਕਿਹੜੇ ਕਿਹੜੇ ਪੜ੍ਹਾਏ ਜਾਣ, ਕਿਵੇਂ ਪੜ੍ਹਾਏ ਜਾਣ, ਉਹਨਾਂ ਬਾਰੇ ਵੀ ਚਰਚਾ ਹੈ। ਠੀਕ ਹੈ, ਜੋ ਮੇਨਲੀ ਐਂਟੀਟੀ ਨੂੰ ਲੈ ਕੇ ਸਬਜੈਕਟ ਆ ਸਕਦੇ ਆ, ਉਹਨਾਂ ਉੱਪਰ ਕੁਐਸਚਨ ਆ ਸਕਦਾ ਹੈ, ਮੈਂ ਉਹਨਾਂ ਨੂੰ ਹੀ PPT ਦੇ ਵਿੱਚ ਐਡ ਕੀਤਾ ਹੈ। ਇਸ ਦੇ ਨਾਲ ਕੰਪਿਊਟਰ ਹੈ, ਸਾਇੰਸ ਹੈ, ਹੋਰ ਵੀ ਸਬਜੈਕਟ ਦਿੱਤੇ ਹੋਏ ਸੀ, ਉਹ ਐਂਟੀਟੀ ਨਾਲ ਰਿਲੇਟ ਹੀ ਨਹੀਂ ਕਰ ਰਹੇ ਆ, ਇਸ ਲਈ ਉਹਨਾਂ ਨੂੰ ਮੈਂ ਐਡ ਨਹੀਂ ਕੀਤਾ। ਠੀਕ ਹੈ, ਫਸਟ ਹੈ ਮੈਥ। ਗਣਿਤ ਸਿੱਖਣ ਲਈ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀ ਜੋ ਹੈ ਗਣਿਤ ਸਿੱਖ ਸਕਣ। ਇਸ ਲਈ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਮੈਥ ਆਪਣੇ ਜੀਵਨ ਨਾਲ ਵੀ ਕੋਰਿਲੇਟ ਕਰਦਾ ਹੈ। ਕਿਉਂਕਿ ਆਪਾਂ ਇਹੋ ਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਰੋਜ਼ਾਨਾ ਕਰਦੇ ਹਾਂ, ਲੈਣ ਦੇਣ ਕਰਦੇ ਹਾਂ, ਉਹਦੇ ਵਿੱਚ ਆਪਾਂ ਨੂੰ ਮੈਥ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਐਡ ਕਰਨਾ ਚੀਜ਼ਾਂ ਨੂੰ, ਸਬਟਰੈਕਟ ਕਰਨਾ, ਡਿਵਾਈਡ ਕਰਨਾ, ਮਲਟੀਪਲਾਈ ਕਰਨਾ, ਇਹ ਸਾਰੀਆਂ ਚੀਜ਼ਾਂ ਮੈਥ ਨਾਲ ਹੀ ਰਿਲੇਟ ਕਰਦੀਆਂ। ਲਾਭ ਹਾਨੀ, ਜਿਹਨੂੰ ਲੋਸ ਪ੍ਰੋਫਿਟ ਕਹਿ ਦਿੰਦੇ ਆ। ਠੀਕ ਹੈ, ਨਾਲ ਹੀ ਇਹ ਹੈ ਕਿ ਗਣਿਤ ਦੀ ਸਿੱਖਿਆ ਦਿੱਤੀ ਜਾਂਦੀ ਹੈ, ਜੋ ਮੈਥ ਦੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਇੱਕ ਵਿਵਸਥਿਤ ਢੰਗ ਨਾਲ ਦਿੱਤੀ ਜਾਏ। ਨਾਲ ਹੀ ਗੁਪਤ ਜੋ ਚੀਜ਼ਾਂ ਨੇ ਉਹਨਾਂ ਦੀ ਖੋਜ ਕੀਤੀ ਜਾਏ। ਸਵੈ ਮੁਲਾਂਕਣ ਹੋਣਾ ਚਾਹੀਦਾ ਹੈ, ਸਵੈ ਮਾਣ ਔਰ ਸਵੈ ਵਿਸ਼ਵਾਸ ਨੂੰ ਬਣਾਉਂਦਾ ਹੈ। ਗਣਿਤ ਬੇਸਿਕਲੀ ਵਰਡਸ ਤੁਹਾਨੂੰ ਇਹਨਾਂ ਦੇ ਉੱਪਰ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਗਣਿਤ ਕਿਵੇਂ ਵਿਵਸਥਿਤ ਕਰਦਾ ਹੈ ਆਪਣੇ ਜੀਵਨ ਨੂੰ। ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਬੱਚਾ ਗਣਿਤ ਕਰ ਰਿਹਾ, ਮੈਥ ਦੇ ਸਵਾਲ ਕਰ ਰਿਹਾ, ਤਾਂ ਇੱਕ ਲੈਅ ਦੇ ਨਾਲ ਕਰਦਾ ਹੈ, ਇੱਕ ਵਿਵਸਥਿਤ ਢੰਗ ਹੈ। ਜਿਵੇਂ ਸਾਇੰਸ ਦੇ ਵਿੱਚ ਦੇਖਦੇ ਹਾਂ ਕਿ ਆਪਾਂ ਕੋਈ ਵੀ ਖੋਜ ਕਰਨੀ ਹੁੰਦੀ ਹੈ ਤਾਂ ਆਪਾਂ ਇੱਕ ਤਰੀਕੇ, ਇੱਕ ਨਿਯਮ ਸਿਧਾਂਤ ਨੂੰ ਲੈ ਕੇ ਚੱਲਦੇ ਹਾਂ। ਉਵੇਂ ਹੀ ਮੈਥ ਦੇ ਵਿੱਚ ਅਗਰ ਕੋਈ ਪਾਈਥਾਗੋਰਸ ਥਿਊਰਮ ਨਾਲ ਕੋਈ ਸਵਾਲ ਆ ਰਿਹਾ ਤਾਂ ਆਪਾਂ ਉਹਨੂੰ ਸਿਰਫ ਪਾਈਥਾਗੋਰਸ ਥਿਊਰਮ ਲਾ ਕੇ ਹੀ ਹੱਲ ਕਰਦੇ ਹਾਂ। ਇਹੀ ਵਿਵਸਥਿਤ ਢੰਗ ਹੈ। ਗੁਪਤ ਦਾ ਮਤਲਬ ਕੀ ਹੈ? ਜਿਵੇਂ ਆਪਾਂ ਮੈਥ ਦੇ ਵਿੱਚ ਕਈ ਇਹੋ ਜਿਹੇ ਕੁਐਸਚਨ ਹੁੰਦੇ ਆ ਜਿਨ੍ਹਾਂ ਵਿੱਚ ਆਪਾਂ ਨੂੰ ਸਪੋਜ਼ ਕਰਨਾ ਪੈਂਦਾ ਹੈ ਕਿ x ਦੀ ਵੈਲਿਊ ਆ ਹੋਏਗੀ, y ਦੀ ਵੈਲਿਊ ਆ ਹੋਏਗੀ। ਇਹੀ ਗੁਪਤ ਚੀਜ਼ ਹੈ। ਠੀਕ ਹੈ, ਸਵੈ ਮੁਲਾਂਕਣ ਦਾ ਮਤਲਬ ਹੈ ਕਿ ਆਪਣਾ ਕੁਐਸਚਨ ਸਹੀ ਹੋ ਰਿਹਾ ਜਾਂ ਨਹੀਂ। ਜਿਵੇਂ ਆਪਾਂ ਕਈ ਵੱਡੀਆਂ ਕਲਾਸਿਸ ਦੇ ਵਿੱਚ ਦੇਖਦੇ ਹਾਂ ਕਿ ਲੈਫਟ ਹੈਂਡ ਸਾਈਡ ਔਰ ਰਾਈਟ ਹੈਂਡ ਸਾਈਡ ਜੋ ਹੈ ਇਕੁਅਲ ਆ ਰਹੀ ਹੈ ਜਾਂ ਨਹੀਂ, ਇਹਨੂੰ ਹੀ ਸਵੈ ਮੁਲਾਂਕਣ ਕਿਹਾ ਜਾਂਦਾ ਹੈ। ਸਵੈ ਮਾਨ ਨੂੰ ਵਧਾਉਂਦਾ ਹੈ। ਜਿਵੇਂ ਆਪਾਂ ਕੋਈ ਕੁਐਸਚਨ ਸੋਲਵ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਥੋੜਾ ਜਿਹਾ ਆਪਣੇ ਉੱਪਰ ਆਪਾਂ ਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਆਪਾਂ ਕੁਐਸਚਨ ਸੋਲਵ ਕਰ ਰਹੇ ਹਾਂ, ਆਪਾਂ ਆਪਣਾ ਮਨ ਕਰਦਾ ਹੈ ਕਿ ਹੋਰ ਕੁਐਸਚਨ ਜੋ ਹੈ ਸੋਲਵ ਕਰੀਏ। ਇਸ ਨਾਲ ਕੀ ਹੈ, ਆਪਣਾ ਸੈਲਫ ਕੌਨਫੀਡੈਂਸ ਵੀ ਬਿਲਡ ਹੁੰਦਾ ਹੈ। ਸੋ ਦੂਸਰਾ ਜੋ ਹੈ ਆਰਟ ਐਜੂਕੇਸ਼ਨ ਹੈ। ਆਰਟ ਐਜੂਕੇਸ਼ਨ ਜੋ ਹੈ ਪ੍ਰੀ ਪ੍ਰਾਇਮਰੀ ਲਈ ਤਾਂ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਇਹ ਜੋ ਪ੍ਰੀ ਪ੍ਰਾਇਮਰੀ ਵਾਲਾ ਕੰਮ ਹੈ ਐਨਟੀਟੀ ਵਾਲਾ, ਉਹ ਬਿਲਕੁਲ ਹੀ ਇਹਦੇ ਉੱਪਰ ਹੀ ਡਿਪੈਂਡ ਹੈ। ਤੁਸੀਂ ਪਲੇਵੇ ਮੈਥਡ ਨਾਲ ਸਿਖਾਉਣਾ ਹੈ, ਸਟੋਰੀ ਟੈਲਿੰਗ ਮੈਥਡ ਨਾਲ ਸਿਖਾਉਣਾ ਹੈ। ਸੋ ਇਹ ਕੋਰਿਲੇਟ ਕਰਦਾ ਹੈ ਤੁਹਾਡੇ ਨਾਲ। ਇਹਦੇ ਉੱਪਰ ਬਹੁਤ ਸਾਰੇ ਕੁਐਸਚਨ ਪੁੱਛੇ ਜਾਣ ਦੀ ਚਾਂਸਿਸ ਹੈਗੇ ਆ। ਕਲਾ ਸਿੱਖਿਆ ਇਸ ਲਈ ਦਿੱਤੀ ਜਾਣੀ ਚਾਹੀਦੀ ਹੈ ਕਿ ਸਕੂਲਾਂ ਵਿੱਚ ਕਲਾ ਦੀ ਸਿੱਖਿਆ ਨੂੰ ਸ਼ਾਮਲ ਕਰਨ ਦਾ ਮੇਨ ਉਦੇਸ਼ ਹੋਣਾ ਚਾਹੀਦਾ ਹੈ ਕਿ ਬੱਚੇ ਦੀ ਸ਼ਖਸੀਅਤ, ਜੋ ਬੱਚੇ ਦੀ ਪਰਸਨੈਲਿਟੀ ਹੈ, ਉਹਦਾ ਵਿਕਾਸ ਹੋਏ। ਨਾਲ ਹੀ ਨਾਲ ਕੀ ਹੈ, ਮੈਂਟਲ ਅਬਿਲਿਟੀ, ਜੋ ਮਾਨਸਿਕ ਹੈਲਥ ਹੈ, ਜਿਹਨੂੰ ਮੈਂਟਲ ਹੈਲਥ ਕਹਿੰਦੇ ਆ, ਉਹਦਾ ਵੀ ਵਿਕਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਕੀ ਹੈ, ਬੱਚੇ ਦਾ ਜੋ
ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏ ਕਿ ਕਲਚਰ ਜੋ ਬੱਚੇ ਦਾ ਆਪਣੇ ਸਮਾਜ ਦਾ ਉਹਦੀ ਵੀ ਸਿੱਖਿਆ ਦੇਣੀ ਚਾਹੀਦੀ ਹੈ, ਕਿਉਂਕਿ ਕਲਚਰ ਹੀ ਆਪਣੇ ਵਿੱਚ ਕਦਰਾਂ ਕੀਮਤਾਂ ਨੂੰ ਪੈਦਾ ਕਰਦਾ ਹੈ। ਇੱਕ ਦੂਜੇ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਜੋ ਹੈ ਉਹਦੇ ਨਾਲ ਪੈਦਾ ਹੁੰਦੀ ਹੈ। ਨਾਲ ਹੀ ਕੀ ਕਹਿੰਦਾ ਹੈ, এনवायरमेंट ਨਾਲ ਵੀ ਰਿਲੇਟ ਹੋਣਾ ਚਾਹੀਦਾ ਹੈ। ਆਪਾਂ ਦੇਖਦੇ ਹਾਂ ਕਿ ਵਾਤਾਵਰਣ ਦਿਵਸ ਤੇ ਲੋਕ ਬੱਚੇ ਪੌਦੇ ਲਗਾਉਂਦੇ ਆ, ਠੀਕ ਹੈ। ਹੁਣ ਇਹਨਾਂ ਨੂੰ ਇੱਕ ਇੱਕ ਵਰਡ ਕਰਕੇ ਸਮਝਦੇ ਆ ਕਿ ਇਹ ਮੇਨ ਗੱਲ ਕੀ ਕਰ ਰਿਹਾ। ਫਸਟ ਇਹਦੇ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਦੀ ਸ਼ਖਸੀਅਤ ਨੂੰ ਡਿਵੈਲਪ ਕੀਤਾ ਜਾਏ। ਸ਼ਖਸੀਅਤ ਕਿਵੇਂ ਡਿਵੈਲਪ ਹੋਏਗੀ? ਬੱਚੇ ਨੂੰ ਜਦੋਂ ਆਪਾਂ ਸਟੋਰੀ ਸੁਣਾਉਂਦੇ ਆ, ਸਟੋਰੀ ਦੇ ਵਿੱਚ ਜੋ ਵੀ ਕਰੈਕਟਰ ਹੁੰਦੇ ਆ, ਬੱਚਾ ਚਾਹੁੰਦਾ ਕਿ ਮੈਂ ਇਹ ਬਣਾ, ਠੀਕ ਹੈ। ਜਿਵੇਂ ਰਾਜੇ ਮਹਾਰਾਜੇ ਦੀਆਂ ਕਹਾਣੀਆਂ ਹੁੰਦੀਆਂ ਤਾਂ ਬੱਚੇ ਦਾ ਮਨ ਕਰਦਾ ਕਿ ਮੈਂ ਵੀ ਰਾਜਾ ਬਣਾ, ਮੈਂ ਇਹ ਬਣਾ, ਮੈਂ ਉਹ ਬਣਾ। ਤਾਂ ਉਹ ਪਾਰਟ ਕੀ ਕਰਦੇ ਆ, ਉਹ ਕਰੈਕਟਰ ਕੀ ਕਰਦੇ ਆ, ਬੱਚੇ ਦੀ ਜੋ ਪਰਸਨੈਲਿਟੀ ਹੈ ਉਹਨੂੰ ਬਿਲਡ ਕਰਨ ਦੇ ਵਿੱਚ ਹੈਲਪ ਕਰਦੇ ਆ। ਇਸ ਦੇ ਨਾਲ ਨਾਲ ਕੀ ਹੈ, ਮੈਂਟਲ ਹੈਲਥ ਜੋ ਹੈ ਉਹ ਵੀ ਉਹਦਾ ਵੀ ਵਿਕਾਸ ਹੁੰਦਾ ਹੈ। ਹੁਣ ਮੈਂਟਲ ਹੈਲਥ ਕਿਵੇਂ ਵਿਕਾਸ ਕਰੇਗੀ? ਇੱਕ ਤਾਂ ਉਹਦੀ ਲੈਂਗੁਏਜ ਸਕਿੱਲ ਜੋ ਹੈ ਉਹ ਵਧੀਆ ਹੋ ਜਾਂਦੀ ਹੈ ਜਦੋਂ ਬੱਚਾ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੰਦਾ ਹੈ। ਨਾਲ ਹੀ ਬੱਚਾ ਕੀ ਕਰਦਾ ਹੈ, ਜੋ ਉਹਨੂੰ ਰੋਲ ਮਿਲਿਆ ਉਹ ਉਹਦੇ ਵਿੱਚ ਜੋ ਵੀ ਉਹਦੇ ਡਾਇਲੋਗ ਹੈ ਉਹਨਾਂ ਨੂੰ ਯਾਦ ਰੱਖਦਾ। ਇਹ ਹੋ ਗਿਆ ਉਹਦੀ ਮੈਂਟਲ ਜੋ ਹੈ ਹੈਲਥ, ਉਹਨੂੰ ਇਨਕਰੀਜ਼ ਕਰਨ ਦੇ ਵਿੱਚ ਹੈਲਪਫੁਲ ਕਰਦਾ ਹੈ। ਸੱਭਿਆਚਾਰਕ ਵਿਰਾਸਤ ਦੀ ਕਦਰ ਕਿਵੇਂ ਵਧਾਉਂਦਾ ਹੈ? ਮਤਲਬ ਜੋ ਵੀ ਆਪਣੇ ਕਲਚਰ ਨਾਲ ਲੈ ਕੇ ਕੋਈ ਵੀ ਸਿਧਾਂਤ ਹੈਗੇ ਆ, ਜਿਵੇਂ ਪਹਿਲਾਂ ਕੁੜੀਆਂ ਤਰੰਜਣ ਕੱਤਦੀਆਂ ਸੀ, ਉਹਨਾਂ ਨੂੰ ਲੈ ਕੇ ਉਹ ਵੀ ਆਪਣਾ ਸੱਭਿਆਚਾਰ ਹੈ। ਇਸ ਤਰ੍ਹਾਂ ਦੇ ਹੋਰ ਵੀ ਕਲਚਰ ਪਾਰਟ ਜੋ ਹੈਗੇ ਆ, ਉਹਨਾਂ ਨੂੰ ਫਿਰ ਤੋਂ ਹੋਣ ਦੇ ਸਮਾਜ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ। ਉਹਨਾਂ ਦੀ ਕਦਰ ਵਧਾਉਂਦਾ ਹੈ ਕਿ ਇਹ ਚੀਜ਼ਾਂ ਆਪਣੀਆਂ ਭੁੱਲੀਆਂ ਵਿਸਰੀਆਂ ਜੋ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਛੱਡਣਾ ਨਹੀਂ ਹੈ। ਇਹ ਹੀ ਕਲਚਰ ਹੀ, ਕਿਉਂਕਿ ਸਮਾਜ ਦਾ ਜੋ ਮੁੱਢ ਹੈ, ਜੇਕਰ ਆਪਾਂ ਉਹਨੂੰ ਹੀ ਛੱਡ ਦਾਂਗੇ ਤਾਂ ਆਪਣਾ ਸਮਾਜ ਖੜਾ ਨਹੀਂ ਰਹਿ ਸਕਦਾ। ਜਿਵੇਂ ਆਪਾਂ ਰੁੱਖ ਦਾ ਮੁੱਢ ਹੀ ਕੱਟ ਦਾਂਗੇ, ਤਣਾ ਹੀ ਕੱਟ ਦਾਂਗੇ ਤਾਂ ਰੁੱਖ ਖੜਾ ਨਹੀਂ ਰਹਿ ਪਾਏਗਾ। ਉਵੇਂ ਹੀ ਜੋ ਕਲਚਰ ਹੈ ਉਹ ਸਮਾਜ ਦਾ ਮੁੱਢ ਹੈ, ਠੀਕ ਹੈ। ਅੱਗੇ ਹੈ ਪ੍ਰਣਾਲੀਗਤ ਸੁਧਾਰ, ਜੋ ਹੈ ਕੀ ਕਰਦਾ ਹੈ, ਮਤਲਬ ਸਿੱਖਿਆ ਦੇ ਵਿੱਚ ਜੋ ਪ੍ਰਣਾਲੀਗਤ ਸੁਧਾਰ ਹੈ ਉਹਨਾਂ ਦੇ ਬਾਰੇ ਜੋ ਗੱਲ ਹੈ, ਬੇਸਿਕਲੀ ਇਹ ਜੋ ਆਪਾਂ ਸਾਰਾ ਡਿਸਕਸ ਕੀਤਾ ਹੈ ਉਹਦੇ ਉੱਪਰ ਹੀ ਹੈ। ਫਸਟ ਹੈ ਕਿ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ ਲਿਆਉਣਾ, ਜੋ ਕਿ ਇੱਕ ਲਚਕਦਾਰ ਪ੍ਰਕਿਰਿਆ ਹੈ। ਸਿੱਖਿਆ ਇੱਕ ਜੋ ਹੈ ਲਚਕਦਾਰ ਪ੍ਰਕਿਰਿਆ ਹੈ, ਫਲੈਕਸੀਬਲ ਪ੍ਰਕਿਰਿਆ ਹੈ। ਆਪਾਂ ਦੇਖਦੇ ਹਾਂ ਕਿ ਟੀਚਰ ਦੇ ਕੋਲ ਵੀ ਬਹੁਤ ਸਾਰੀਆਂ ਫਲੈਕਸੀਬਿਲਿਟੀਆਂ ਹੈ ਕਿ ਉਹ ਕਿਸੇ ਵੀ ਮੈਥਡ ਨਾਲ ਪੜ੍ਹਾ ਸਕਦਾ ਹੈ। ਪਲੇਵੇ ਮੈਥਡ, ਸਟੋਰੀ ਟੈਲਿੰਗ ਮੈਥਡ, ਹੋਰ ਵੀ ਮੈਥਡ ਆ ਕਿ ਉਹ ਪਲੇ ਕਾਰਡ ਦਿਖਾ ਸਕਦਾ ਹੈ। ਇੱਕ ਸਿੱਖਿਆ ਜੋ ਹੈ ਚਾਈਲਡ ਸੈਂਟਰਡ ਹੋਣੀ ਚਾਹੀਦੀ ਹੈ, ਇਹ ਪਿੱਛੇ ਵੀ ਆਪਾਂ ਗੱਲ ਕਰ ਚੁੱਕੇ ਹਾਂ, ਠੀਕ ਹੈ। ਇਸ ਦੇ ਨਾਲ ਕਿਹਾ ਗਿਆ ਕਿ ਸਿਖਲਾਈ ਪ੍ਰਾਪਤ ਕਰਨ ਵਾਲੇ ਨੂੰ ਖੁਦ ਮੁਖਤਿਆਰੀ, ਮਤਲਬ ਇੰਡੀਪੈਂਡੈਂਸ ਹੋਏ ਕਿ ਉਸਨੇ ਕੀ ਸਿੱਖਿਆ ਪ੍ਰਾਪਤ ਕਰਨੀ ਹੈ। ਅਧਿਆਪਕਾਂ ਕੋਲ ਇੱਕ ਸਹੂਲਤ ਦੇਣ ਦੀ ਭੂਮਿਕਾ ਹੈ। ਹੁਣ ਆਪਾਂ ਦੇਖਦੇ ਹਾਂ ਜਦੋਂ ਆਪਾਂ 10th ਕਰ ਲੈਂਦੇ ਹਾਂ, ਆਪਣੇ ਕੋਲ ਇਹ ਇੱਕ ਇੰਡੀਪੈਂਡੈਂਸ ਹੁੰਦੀ ਹੈ ਕਿ ਆਪਾਂ ਕਿਹੜੇ ਕਿਹੜੇ ਸਬਜੈਕਟ ਚੂਜ਼ ਕਰਨੇ ਆ, ਆਪਾਂ ਕਿਹੜੀ ਫੀਲਡ ਦੇ ਵਿੱਚ ਜਾਣਾ। ਕੁਝ ਸਾਇੰਸ ਚੂਜ਼ ਕਰਦੇ ਆ, ਕੁਝ ਕਮਰਸ ਚੂਜ਼ ਕਰਦੇ ਆ, ਕੁਝ ਹੋਰ ਚੂਜ਼ ਕਰਦੇ ਆ, ਠੀਕ ਹੈ। ਇਹੀ ਖੁਦ ਮੁਖਤਿਆਰੀ ਹੈ, ਮਤਲਬ ਜੋ ਬੱਚਾ ਹੈ ਇੰਡੀਪੈਂਡੈਂਸ ਹੋ ਰਿਹਾ ਹੈ, ਕੋਈ ਵੋਕੇਸ਼ਨਲ ਸਬਜੈਕਟ ਲੈ ਰਿਹਾ ਹੈ, ਇਹਨੂੰ ਹੀ ਕਹਿੰਦੇ ਆ ਖੁਦ ਮੁਖਤਿਆਰੀ ਕਰਨਾ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ। ਅਗਰ ਕਿਸੇ ਦਾ ਕੋਈ ਕੁਐਸਚਨ ਹੈ ਉਹ ਪੁੱਛ ਸਕਦਾ ਹੈ। ਕੁਝ ਐਡ ਕਰਵਾਉਣਾ ਚਾਹੁੰਦਾ, ਇੱਕ ਵਾਰੀ ਮੈਂ ਦੇਖ ਲਾਂ ਉਹ ਜੁੜੇ ਆ ਜਾਂ ਨਹੀਂ। ਸੋ ਅਗਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਉਹ ਪੁੱਛ ਸਕਦਾ ਹੈ, ਹੈਂਡ ਰੇਜ਼ ਕਰ ਲਿਓ, ਵਰਨਾ ਇੱਕ ਇੱਕ ਕਰਕੇ ਬੋਲ ਲਿਓ। ਮਾਈਕ ਅਨਮਿਊਟ ਹੋ ਰਹੇ ਆ ਤੁਹਾਡੇ? ਹੈਲੋ, ਮਾਈਕ ਅਨਮਿਊਟ ਹੋ ਰਿਹਾ? ਹਾਂਜੀ, ਅਰਸ਼ਦੀਪ ਕੋ ਸਾਰਿਕ, ਹਾਂਜੀ ਸਾਰਿਕ। ਹਾਂ, ਕੋਈ ਕੁਐਸਚਨ ਹੈ? ਕੁਐਸਚਨ ਤਾਂ ਨਹੀਂ ਹੈਗਾ, ਬਸ ਇਹ ਟੌਪਿਕ ਕਲੀਅਰ ਸੀਗਾ। ਅੱਛਾ, ਸੰਜੇ ਤੂੰ ਹੀ ਹੈ? ਇਹਦੇ ਰਿਲੇਟਡ ਨਾ ਮੇਰੇ ਕੋਲੇ ਕੁਐਸਚਨ ਪਏ ਹੈਗੇ ਸਾਰੇ। ਅੱਛਾ, ਐਮਸੀਕਿਊਜ਼ ਪਏ ਮੇਰੇ ਕੋਲ। ਹਾਂ, ਮੈਨੂੰ ਪੀਪੀਟੀ ਦੇ ਦੇ, ਆਪਾਂ ਡਿਸਕਸ ਕਰ ਲਾਂਗੇ। ਹਾਂ, ਹਿੰਦੀ ਚ ਹੈਗੇ। ਹਾਂ ਹਾਂ, ਕੋਈ ਨਹੀਂ, ਪੀਪੀਟੀ ਬਣਾ ਲਾਂਗੇ ਆਪਾਂ, ਟੈਨਸ਼ਨ ਨਾ ਲੈ। ਓਕੇ ਓਕੇ। ਹਾਂਜੀ, ਕਿਸੇ ਹੋਰ ਦਾ ਕੋਈ ਕੁਐਸਚਨ ਹੈ?
ਅਹ ਮੰਜੂ ਮੈਮ ਕੁਝ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਲਓ। ਮੈਂ ਕੁਛ ਦੱਸਣਾ ਸੀਗਾ ਜਿਵੇਂ ਇਸ ਤੋਂ ਪਹਿਲਾਂ ਤੁਸੀਂ ਕਰਵਾਤਾ ਜਿਹੜਾ ਆਪਣਾ ਐਨਸੀਐਫ ਕਿਨਾਂ ਨੇ ਕਹਿੰਦਾ ਸੀਗਾ ਕਿ ਇਹਨਾਂ ਦੀ ਮਤਲਬ ਸਿਫਾਰਿਸ਼ ਦੀ ਨਹੀਂ ਉਹ ਨਹੀਂ ਦੱਸਿਆ ਮੈਂ। ਹਾਂ ਦੱਸ ਸਕਦੇ ਹੋ ਤੁਸੀਂ। ਬਾਕੀ ਸੁਣ ਲਓ ਪਲੀਜ਼, ਕੁਝ ਐਡ ਕਰਨ ਲੱਗਿਆ ਜੋ ਰਹਿ ਗਏ ਦੇ ਵਿੱਚ ਲੈਕਚਰ ਦੇ ਵਿੱਚ, ਉਹ ਸੁਣ ਲਿਓ ਬਾਕੀ। ਹਾਂਜੀ ਐਨਸੀਐਫ ਜਿਹੜਾ 2005 ਸੀਗਾ ਇਹਨੂੰ ਪ੍ਰੋਫੈਸਰ ਜਸਪਾਲ ਦੀ ਪ੍ਰਧਾਨਗੀ ਹੇਠ ਗਿਆ ਸੀ ਬਣਾਇਆ ਗਿਆ। ਸੁਣ ਲਓ ਪਹਿਲਾਂ ਸਰ ਬਾਕੀਆਂ ਨੂੰ ਮਿਊਟ ਕਰ ਦਿਓ ਤੁਸੀਂ। 1 ਮਿੰਟ ਮੈਂ ਮਿਊਟ ਕਰ ਦਿਆਂ। ਇੱਕ ਕੁਐਸਚਨ ਆਏ ਹੋਏ ਐਗਜ਼ਾਮ ਦੇ ਮੰਜੂ ਮੈਮ ਮਿਊਟ ਅਨਮਿਊਟ ਕਰਿਓ ਤੁਸੀਂ ਆਪਣਾ। ਹੋ ਰਿਹਾ? ਓਕੇ ਹਾਂ ਬੋਲੋ। ਜਿਹੜਾ ਐਨਸੀਐਫ 2005 ਸੀਗਾ ਇਹਨੂੰ ਪ੍ਰੋਫੈਸਰ ਜਸਪਾਲ ਦੀ ਪ੍ਰਧਾਨਗੀ ਹੇਠ ਲਿਆ ਗਿਆ ਸੀ। ਇਹ ਕੁਐਸਚਨ ਪੇਪਰ 'ਚ ਆਇਆ ਹੋਇਆ ਤਾਂ ਇਹਨੂੰ ਤੁਸੀਂ ਅਗਰ ਅਲੱਗ ਤੋਂ ਨੋਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਦੂਸਰਾ ਹੈਗਾ ਕਿ ਇਹਦੇ ਵਿੱਚ ਜਿਵੇਂ 2005 ਦਾ ਸੀਗਾ ਐਨਸੀਐਫ, ਇਹਦੀ ਰਵਿੰਦਰਨਾਥ ਟੈਗੋਰ ਦੇ ਕਿਹੜੇ ਕਿਹੜੇ ਲੇਖ ਸੀ ਇਹਦੇ ਵਿੱਚ, ਤਾਂ ਉਹਨਾਂ ਦੀ ਜਿਹੜੀ ਆਪਣੇ ਸੱਭਿਅਤਾ ਅਤੇ ਤਰੱਕੀ ਦੇ ਜਿਹੜਾ ਸੀਗਾ ਉਹਨੂੰ ਉਹਨਾਂ ਨੇ ਮੋਡੀਫਾਈ ਕਰਕੇ ਇਹ ਲਿਆਂਦਾ ਸੀ 2005। ਠੀਕ ਹੈ। ਅੱਗੇ ਹੈਗਾ ਇਹਨਾਂ ਦਾ ਵਰਕਸ਼ਾਪ ਜਿਹੜੀ ਹੈਗੀ ਆ ਉਹ ਕਿੱਥੇ ਹੈਗੀ ਇਹਨਾਂ ਦੀ ਇਸ ਟਾਈਮ? ਦਿੱਲੀ ਦੇ ਵਿੱਚ ਹੈ। ਇਹ ਕੁਐਸਚਨ ਆਇਆ ਹੋਇਆ, ਰਿਪੀਟ ਹੋ ਰਿਹਾ ਬਾਰ ਬਾਰ ਐਗਜ਼ਾਮ ਦੇ ਵਿੱਚ, ਪੀਟੈਟ ਦੇ ਵਿੱਚ ਆਏ ਹੋਏ ਆ, ਤਾਂ ਤੁਸੀਂ ਇਹਨਾਂ ਨੂੰ ਲਿਖੋ। ਇਸ ਤੋਂ ਅੱਗੇ ਹੈਗਾ ਜਿਹੜਾ ਜਸਪਾਲ ਸ਼ਰਮਾ ਕਮੇਟੀ ਦੇ ਕੁੱਲ ਮੈਂਬਰ ਕਿੰਨੇ ਸੀਗੇ? 38 ਮੈਂਬਰ ਸੀਗੇ ਇਹਦੇ ਵਿੱਚ। ਠੀਕ ਹੈ ਜੀ। ਅੱਗੇ ਬਾਕੀ ਸਰ ਨੇ ਤੁਹਾਨੂੰ ਕਰਵਾ ਦਿੱਤਾ ਜਿਹੜੇ ਜ਼ਰੂਰੀ ਇਹਨਾਂ ਦੇ ਸੀਗੇ ਇਨਫੋਰਮੇਸ਼ਨ ਵਗੈਰਾ। 3 ਲੈਂਗੁਏਜ ਵਾਲਾ ਤੁਸੀਂ ਕਰਵਾਤਾ ਹੈ ਨਾ? ਰਿਪੋਰਟਿੰਗ ਫਾਰਮੂਲਾ ਜਿਹੜਾ ਸੀਗਾ ਉਹ ਮੈਂ ਕਰਵਾਤਾ। ਓਕੇ ਇਹ ਕਰਕੇ ਕਰਾਂਗੇ ਸੀਗਾ ਮੇਨ ਇੱਕ ਇਹਨਾਂ ਦੀ ਸੀਗੀ ਸਟੇਟਮੈਂਟ ਗਾਈਡਲਾਈਨ ਜਿਹੜੀ ਇਹਨਾਂ ਨੇ ਦਿੱਤੀ ਸੀਗੀ। ਇੱਕ ਵਾਰੀ ਮੈਮ ਜੋ ਫਰਸਟ ਕੁਐਸਚਨ ਤੁਸੀਂ ਦੱਸਿਆ ਸੀ ਉਹ ਰਿਪੀਟ ਕਰ ਦਿਓ। ਮੋਨਿਕਾ ਕਟਾਰੀਆ ਦਾ ਮੈਸੇਜ ਆਇਆ। ਓਕੇ ਪ੍ਰੋਫੈਸਰ ਜਸਪਾਲ ਦੀ ਪ੍ਰਧਾਨਗੀ ਹੇਠ ਬਣਾਇਆ ਗਿਆ ਸੀ। ਪ੍ਰੋਫੈਸਰ ਯਸ਼ਪਾਲ ਮੈਂਬਰ ਸੀਗੇ ਕਮੇਟੀ ਦੇ 38 ਮੈਂਬਰ ਸੀਗੇ। ਮੈਂਬਰ ਬਾਰੇ ਕੁਐਸਚਨ ਨਹੀਂ ਆ ਸਕਦਾ, ਉਹਦੇ ਆਉਣ ਦੇ ਚਾਂਸਸ ਬਹੁਤ ਘੱਟ ਆ। ਜੋ ਚੀਫ ਹੈਡ ਸੀ ਉਹਨਾਂ ਬਾਰੇ ਪੁੱਛਿਆ ਜਾ ਸਕਦਾ। ਯਸ਼ਪਾਲ ਪ੍ਰੋਫੈਸਰ ਜਸਪਾਲ ਓਕੇ ਪ੍ਰੋਫੈਸਰ ਜਸਪਾਲ ਸ਼ਰਮਾ ਓਕੇ ਪ੍ਰੋਫੈਸਰ ਯਸ਼ਪਾਲ ਸਰ ਯਸ਼ਪਾਲ ਸਰ ਯਸ਼ਪਾਲ ਜੋ ਕਮੇਟੀ ਦੇ ਮੈਂਬਰ ਸੀਗੇ ਕੁੱਲ ਉਹ ਕਿੰਨੇ ਸੀਗੇ? 38 ਮੈਂਬਰਸ। ਇੱਕ ਮਿੰਟ ਰੁਕਿਓ, 1 ਮਿੰਟ ਮੈਂ ਅਨਮਿਊਟ ਕਰ ਰਿਹਾ। ਮੋਨਿਕਾ ਕਟਾਰੀਆ ਤੁਹਾਡਾ ਕੁਐਸਚਨ ਹੈ ਕਿ ਉਹ ਡਾਇਰੈਕਟ ਪੁੱਛ ਲਓ ਵੌਇਸ ਮੈਸੇਜ ਵਿੱਚ ਅਨਮਿਊਟ ਕਰਕੇ ਆਪਣਾ ਮਾਈਕ, ਕਿਉਂਕਿ ਉਹਨਾਂ ਦੇ ਵਾਰ-ਵਾਰ ਮੈਸੇਜ ਆ ਰਿਹਾ ਮੋਨਿਕਾ ਕਟਾਰੀਆ ਦੇ। ਹੈ ਬਣੇ ਹੋਏ? ਚਲੋ ਹੋਰ ਕਿਸੇ ਦਾ ਹੈ ਤਾਂ ਕੁਐਸਚਨ। ਮੰਜੂ ਮੈਮ ਕੁਝ ਹੋਰ ਐਡ ਕਰਨਾ? ਹਾਂਜੀ ਇੱਕ ਗਾਈਡਲਾਈਨ ਸੀਗੀ ਅਣਜਾਣ ਅਤੇ ਮੂਰਖ ਤੋਂ ਅਣਜਾਣ ਤੱਕ, ਕਿਉਂਕਿ ਫਾਰਮੂਲੇ ਦੇ ਅੰਦਰ ਆਂਦੀ ਕਿ ਉਹਨਾਂ ਸੁਝਾਅ ਦਿੱਤਾ ਸੀਗਾ ਕਿ ਆਪਣਾ ਅਣਜਾਣ ਅਗਰ ਜਦੋਂ ਬੱਚਾ ਜਾਂਦਾ ਤਾਂ ਉਹਨਾਂ ਨੂੰ ਅਸੀਂ ਸਿਖਾਣਾ ਕਿਵੇਂ ਉਹ ਅਣਜਾਣ ਤੋਂ ਬਾਅਦ ਉਹ ਕਿਵੇਂ ਸਹੀ ਰਸਤੇ ਤੇ ਜਾ ਸਕਦਾ, ਅਗਰ ਮੂਰਖ ਬਣ ਗਿਆ ਤਾਂ ਉਹਨੇ ਕਿਵੇਂ ਬਾਕੀ ਜਿਹੜੇ ਸਿਚੁਏਸ਼ਨ ਹੈਗੀ ਉਹਨਾਂ ਨੂੰ ਹੈਂਡਲ ਕਰਨਾ ਅਕੋਰਡਿੰਗ। ਇਹ ਚੀਜ਼ ਹੈ ਮਤਲਬ ਇਹਨਾਂ ਦੀ ਗਾਈਡਲਾਈਨ ਸੀ। ਮਤਲਬ ਅਣਜਾਣੇ ਤੋਂ ਜਾਣੇ ਵੱਲ ਜਾਣਾ। ਹਾਂਜੀ ਹਾਂਜੀ ਓਕੇ। ਹੋਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਪੁੱਛ ਲਓ। ਇੱਕ ਕੁਐਸਚਨ ਸੀਗਾ ਇਹਦੇ ਵਿੱਚ ਕਿ ਕਦੋਂ ਇਹਦਾ ਸੁਝਾਅ ਦਿੱਤਾ ਗਿਆ ਸੀ? ਉਹ ਨਹੀਂ ਆਏਗਾ, ਐਨਟੀਟੀਐਚ ਨਹੀਂ ਪੁੱਛਣਗੇ। ਕਰਕੇ ਸਿੱਖਣਾ। ਹਾਂ ਉਹੀ ਕਰਕੇ ਸਿੱਖਣ ਤੇ ਕੁਐਸਚਨ ਆਏ ਹੋਏ ਆ ਕਾਫੀ। ਅਗਰ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਹੋ ਪਲੀਜ਼, ਫਿਰ ਨਹੀਂ ਤਾਂ ਮੀਟਿੰਗ ਆਫ ਕਰ ਦੀ। ਸਰ ਮੇਰੇ ਸਰਾਊਂਡਿੰਗ ਚ ਨਾਇਸ ਕਾਫੀ ਹੈ, ਸੋ ਸਾਰੇ ਡਿਸਟਰਬ ਹੋਣਗੇ।
ਮੋਨਿਕਾ ਕਟਾਰੀਆ ਤੁਸੀਂ ਬੋਲ ਸਕਦੇ ਹੋ, ਕੋਈ ਗੱਲ ਨਹੀਂ। ਅਗਰ ਸਮਝ ਆਇਆ ਤਾਂ ਠੀਕ ਹੈ, ਨਹੀਂ ਤਾਂ ਫਿਰ ਬਾਕੀ ਜੋ ਕੁਐਸਚਨ ਹੋਏਗਾ ਤੁਸੀਂ ਟੈਲੀ ਤੇ ਜਾਂ WhatsApp ਤੇ ਮੈਸੇਜ ਕਰ ਲੈਣਾ। ਬਾਕੀ ਅਨਮਿਊਟ ਕਰਕੇ ਇੱਕ ਵਾਰੀ ਦੇਖ ਲਓ, ਅਗਰ ਆ ਰਹੀ ਹੈ ਆਵਾਜ਼ ਕਲੀਅਰ ਤਾਂ। ਹਾਂਜੀ ਬੋਲੋ। हेलो संदीप। ਹਾਂ ਸੰਜੇ। तेरे ग्रुप से पूछ रहा हूँ। ਓਕੇ ਓਕੇ। ਹੋਰ ਕਿਸੇ ਦਾ ਹੈ ਕੋਈ ਡਾਊਟ? ਸੰਜੇ ਤੂੰ ਕੁਝ ਐਡ ਕਰਨਾ ਹੈ? फिर तो मेरे को एमसीक्यू देखे वो फिर पीपीटी बना के या फिर ਹਾਂ मेरे ਐਮਸੀਕਿਊ ਐਵੇਂ ਕਰਨ ਦਾ ਫਾਇਦਾ ਨਹੀਂ ਹੈ ਨਾ, ਆਪਸ਼ਨਾਂ ਫਿਰ ਇਹਨਾਂ ਨੂੰ ਯਾਦ ਨਹੀਂ ਰਹਿਣੀਆਂ ਕਿਹੜੀਆਂ ਕਿਹੜੀਆਂ। नहीं वो एक बार क्लियर हो जाएगा ना तो अपने आप करने में थोड़ा सा ਹਾਂ तेरे भी कमजोरी है कि ਕੋਈ ਗੱਲ ਨਹੀਂ, ਆਪਾਂ ਪੀਪੀਟੀ ਬਣਾ ਕੇ ਫਿਰ ਇੱਕ ਜ਼ੂਮ ਸੈਸ਼ਨ ਰੱਖ ਲਾਂਗੇ। हाँ सर देखो कुछ एमसीक्यूज तो है मैं तुम सेंड कर ਓਕੇ ਓਕੇ। ਹੋਰ ਕੋਈ ਹੈ ਕਿਸੇ ਦਾ? ਬਾਕੀ ਤਾਂ ਲੈਫਟ ਹੋ ਰਿਹਾ, ਫਿਰ ਕਰ ਦਈਏ ਕਲੋਜ਼। ਕੋਈ ਹੈ ਕੁਐਸਚਨ ਕਿਸੇ ਦਾ? ਸਭ ਕਲੀਅਰ ਹੈ? ਚਲੋ ਠੀਕ ਹੈ ਫਿਰ।